ਪੰਜਾਬ ਭਰ ਦੇ ਮੇਰੇ ਸਾਰੇ ਵਿਦਿਆਰਥੀ ਬੱਚਿਆਂ ਨੂੰ ਅਤੇ ਅਧਿਆਪਕ ਸਾਹਿਬਾਨ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਬੇਟੇ ਤੁਸੀਂ ਸਾਰੇ ਆਪਣੇ ਘਰ ਬੈਠ ਕੇ ਆਪਣੀ ਸਟੱਡੀਜ਼ ਨੂੰ ਜਾਰੀ ਰੱਖ ਰਹੇ ਹੋ, ਅਸੀਂ 10+2 ਦੇ ਜੁਲਾਈ ਅਗਸਤ ਦੇ ਸਿਲੇਬਸ ਦੇ ਵਿੱਚ ਗੱਲ ਕਰ ਰਹੇ ਹਾਂ, ਜਿਹਦੇ ਵਿੱਚ ਤੁਹਾਡੇ ਇਜ਼ਮਸ ਭਾਵਵਾਦ ਹਨ। ਸੋ ਮਹਾਤਮਾ ਗਾਂਧੀ ਜੀ ਦੇ ਉੱਤੇ ਹੁਣ ਤੱਕ ਕਾਫੀ ਵਿਚਾਰ ਤੁਸੀਂ ਸੁਣ ਚੁੱਕੇ ਹੋ, ਉਹਨਾਂ ਦੇ ਜੀਵਨ ਬਾਰੇ, ਉਹਨਾਂ 'ਤੇ ਪ੍ਰਭਾਵ, ਗਾਂਧੀ ਜੀ ਦੇ ਸੱਤਿਆਗ੍ਰਹਿ ਬਾਰੇ, ਉਹਨਾਂ ਦੇ ਵਿਚਾਰਾਂ ਬਾਰੇ। ਸੋ ਅੱਜ ਅਸੀਂ ਮਹਾਤਮਾ ਗਾਂਧੀ ਜੀ ਦਾ ਇੱਕ ਹੋਰ ਬਹੁਤ ਇੰਪੋਰਟੈਂਟ ਵਿਚਾਰ ਤੁਹਾਡੇ ਨਾਲ ਡਿਸਕਸ ਕਰਾਂਗੀ ਬੇਟੇ ਮੈਂ। ਉਹ ਹੈ ਮਹਾਤਮਾ ਗਾਂਧੀ ਜੀ ਦਾ ਆਦਰਸ਼ ਰਾਜ ਜਾਂ ਆਈਡੀਅਲ ਸਟੇਟ ਆਫ ਮਹਾਤਮਾ ਗਾਂਧੀ। ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਬੱਚੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹ ਇੱਕ ਅਜਿਹਾ ਟੌਪਿਕ ਹੈ ਜਿਹਦੇ 'ਤੇ ਤੁਹਾਨੂੰ 6 ਮਾਰਕਸ ਦਾ ਕੁਐਸਚਨ ਪੇਪਰ ਦੇ ਵਿੱਚ ਫੁੱਲ ਫਲੈਜਡ ਆ ਸਕਦਾ ਹੈ, ਜਾਂ 1 ਨੰਬਰ 2 ਨੰਬਰ 4 ਨੰਬਰ ਦੇ ਵਿੱਚ ਵੀ ਆਦਰਸ਼ ਰਾਜ ਦੇ ਵਿੱਚੋਂ ਤੁਹਾਨੂੰ ਵਿਸ਼ੇਸ਼ਤਾਵਾਂ ਪੁੱਛੀਆਂ ਜਾ ਸਕਦੀਆਂ ਹੈ, ਆਦਰਸ਼ ਰਾਜ ਦੀ ਕਲਪਨਾ ਬਾਰੇ ਪੁੱਛਿਆ ਜਾ ਸਕਦਾ ਹੈ। ਸੋ ਕਿਸੇ ਵੀ ਟਾਈਪ ਦਾ ਕੁਐਸਚਨ ਆ ਸਕਦਾ ਹੈ। ਬਹੁਤ ਹੀ ਸੋਹਣੇ ਅਤੇ ਈਜ਼ੀ ਟੌਪਿਕ ਹੈ। ਉਮੀਦ ਕਰਦੀ ਹਾਂ ਤੁਸੀਂ ਨਾਲੋਂ ਨਾਲ ਆਪਣੇ ਪੁਆਇੰਟ ਨੋਟ ਡਾਊਨ ਕਰੋਗੇ। ਇੱਕ ਵਾਰੀ ਫੇਰ ਦੱਸਣਾ ਚਾਹੁੰਦੀ ਹਾਂ ਕਿ ਟੀਵੀ ਦੇ ਨਾਲ ਨਾਲ ਬੱਚੇ YouTube ਦੇ ਉੱਤੇ ਤੁਹਾਡੀ ਕਨਵੀਨੀਅੰਸ ਦੇ ਲਈ ਸਾਰੇ ਲੈਕਚਰਸ ਪਾਏ ਜਾਂਦੇ ਹਨ, ਤਾਂ ਜੋ ਜਿਸ ਸਮੇਂ ਤੁਹਾਨੂੰ ਸਮਾਂ ਮਿਲੇ ਤੁਸੀਂ ਉਸ ਸਮੇਂ ਆਪਣੀ ਪੜ੍ਹਾਈ ਕਰ ਸਕੋ। ਸੋ ਹੁਣ ਅਸੀਂ ਡਿਸਕਸ ਕਰਦੇ ਹਾਂ ਆਈਡੀਅਲ ਸਟੇਟ ਆਫ ਮਹਾਤਮਾ ਗਾਂਧੀ। ਆਈਡੀਅਲ ਸਟੇਟ ਦੀ ਜੇ ਅਸੀਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਸਟੇਟ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਵਿਚਾਰਾਂ ਵਿੱਚ ਗਾਂਧੀ ਜੀ ਦੇ ਰਾਜ ਸੰਬੰਧੀ ਵਿਚਾਰ। ਦੇਖੋ ਤੁਸੀਂ ਇਸ ਤੋਂ ਪਹਿਲਾਂ ਕਾਰਲ ਮਾਰਕਸ ਨੂੰ ਪੜ੍ਹ ਚੁੱਕੇ ਹੋ, ਤੁਸੀਂ ਉਦਾਰਵਾਦ ਪੜ੍ਹ ਚੁੱਕੇ ਹੋ। ਕਾਰਲ ਮਾਰਕਸ ਅਤੇ ਉਦਾਰਵਾਦ ਜਦੋਂ ਤੁਸੀਂ ਪੜ੍ਹਿਆ, ਪੁਰਾਤਨ ਉਦਾਰਵਾਦੀ ਰਾਜ ਨੂੰ ਬੁਰੀ ਸੰਸਥਾ ਮੰਨਦੇ ਸਨ ਅਤੇ ਖਤਮ ਕਰਨਾ ਚਾਹੁੰਦੇ ਸਨ। ਜੋ ਨਵੇਂ ਉਦਾਰਵਾਦੀ ਹਨ ਉਹ ਰਾਜ ਨੂੰ ਕਲਿਆਣਕਾਰੀ ਸੰਸਥਾ ਮੰਨਦੇ ਹਨ। ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਕਾਰਲ ਮਾਰਕਸ ਦੀ ਗੱਲ ਕੀਤੀ ਸੀ, ਤੁਹਾਨੂੰ ਯਾਦ ਹੋਏਗਾ ਕਿ ਕਾਰਲ ਮਾਰਕਸ ਰਾਜ ਨੂੰ ਇੱਕ ਬੁਰੀ ਸੰਸਥਾ ਮੰਨਦੇ ਹਨ, ਰਾਜ ਨੂੰ ਅਮੀਰਾਂ ਦੀ ਸ਼ਕਤੀ ਦਾ ਇੱਕ ਸਾਧਨ ਮੰਨਦੇ ਹਨ, ਅਤੇ ਮਾਰਕਸ ਵੀ ਚਾਹੁੰਦੇ ਹਨ ਕਿ ਜਦੋਂ ਸਮਾਜ ਵਿੱਚ ਊਚ ਨੀਚ ਖਤਮ ਹੋ ਜਾਏ, ਅਮੀਰ ਗਰੀਬ ਖਤਮ ਹੋ ਜਾਣ, ਤਾਂ ਰਾਜ ਰੂਪੀ ਸੰਸਥਾ ਵੀ ਖਤਮ ਹੋ ਜਾਣੀ ਚਾਹੀਦੀ ਹੈ। ਸੋ ਪੋਲੀਟੀਕਲ ਸਾਇੰਸ ਦੇ ਵਿਦਿਆਰਥੀਓ, ਇਸ ਲਈ ਤੁਹਾਨੂੰ ਦੱਸ ਰਹੀ ਹਾਂ ਕਿ ਪੋਲੀਟੀਕਲ ਸਾਇੰਸ ਦੇ ਵਿਦਿਆਰਥੀ ਹੋਣ ਦੇ ਨਾਤੇ ਬੇਟੇ ਰਾਜ ਸੰਬੰਧੀ ਹਰੇਕ ਦੇ ਵਿਚਾਰ ਸਾਨੂੰ ਪਤਾ ਹੋਣੇ ਚਾਹੀਦੇ ਹਨ। ਸੋ ਜਦੋਂ ਅਸੀਂ ਮਹਾਤਮਾ ਗਾਂਧੀ ਜੀ ਦੀ ਗੱਲ ਕਰਦੇ ਹਾਂ ਤਾਂ ਮਹਾਤਮਾ ਗਾਂਧੀ ਜੀ ਦੇ ਰਾਜ ਸੰਬੰਧੀ ਵਿਚਾਰ, ਇਹ ਤੁਹਾਨੂੰ ਇੰਡੀਵਿਜੂਅਲ ਕੁਐਸਚਨ ਵੀ 2 ਨੰਬਰ ਜਾਂ 4 ਨੰਬਰ 'ਚ ਆ ਸਕਦਾ ਹੈ। ਵੈਸੇ ਜਦੋਂ ਤੁਹਾਨੂੰ ਆਦਰਸ਼ ਰਾਜ ਆਏ ਉਦੋਂ ਵੀ ਤੁਸੀਂ ਇਸ ਨੂੰ ਦੱਸ ਸਕਦੇ ਹੋ। ਸੋ ਪਹਿਲੀ ਗੱਲ ਇਹ ਕਿ ਰਾਜ ਇੱਕ ਜ਼ਰੂਰੀ ਬੁਰਾਈ। ਮਹਾਤਮਾ ਗਾਂਧੀ ਜੀ ਵੀ ਕਾਰਲ ਮਾਰਕਸ ਦੀ ਤਰ੍ਹਾਂ, ਪੁਰਾਤਨ ਉਦਾਰਵਾਦੀਆਂ ਦੀ ਤਰ੍ਹਾਂ ਰਾਜ ਨੂੰ ਇੱਕ ਜ਼ਰੂਰੀ ਬੁਰਾਈ ਮੰਨਦੇ ਹਨ। ਦੇਖੋ 2 ਸ਼ਬਦ ਨੇ, ਜ਼ਰੂਰੀ ਬੁਰਾਈ। ਭਾਵ ਹੈ ਤਾਂ ਜ਼ਰੂਰੀ, ਰਾਜ ਹੈ ਮਨੁੱਖ ਲਈ ਜ਼ਰੂਰੀ, ਕਿਉਂਕਿ ਰਾਜ ਤੋਂ ਬਿਨਾਂ ਤਾਂ ਪ੍ਰਬੰਧ ਹੀ ਨਹੀਂ ਚੱਲ ਸਕਦਾ, ਪਰ ਰਾਜ ਨੂੰ ਉਹ ਵਧੀਆ ਸੰਸਥਾ ਨਹੀਂ ਮੰਨਦੇ ਹਨ, ਬਲਕਿ ਬੁਰੀ ਸੰਸਥਾ ਮੰਨਦੇ ਹਨ। ਉਹਦਾ ਕਾਰਨ ਕੀ ਹੈ? ਮਹਾਤਮਾ ਗਾਂਧੀ ਜੀ ਰਾਜ ਨੂੰ ਆਤਮਹੀਣ ਯੰਤਰ ਮੰਨਦੇ ਹਨ। ਆਤਮਹੀਣ ਹੁੰਦਾ ਹੈ ਜਿਸ ਦੀ ਕੋਈ ਆਤਮਾ ਹੀ ਨਾ ਹੋਵੇ। ਜਿਸ ਬੰਦੇ ਦੀ ਅਸੀਂ ਕਹਿੰਦੇ ਆ ਆਤਮਾ, ਕੋਈ ਬੰਦਾ ਜਦੋਂ ਬਹੁਤ ਗਲਤ ਕੰਮ ਕਰਦਾ ਹੈ ਤਾਂ ਅਸੀਂ ਕੀ ਕਹਿੰਦੇ ਆ ਵੀ ਇਹਦੀ ਤਾਂ ਆਤਮਾ ਹੀ ਮਰ ਚੁੱਕੀ ਹੈ। ਭਾਵ ਜਿਸ ਦੇ ਵਿੱਚ ਕੁਝ ਵਧੀਆ ਹੀ ਨਾ ਰਿਹਾ ਹੋਵੇ ਉਸਨੂੰ ਅਸੀਂ ਕਹਿੰਦੇ ਆ ਆਤਮਹੀਣ। ਸੋ ਮਹਾਤਮਾ ਗਾਂਧੀ ਜੀ ਰਾਜ ਨੂੰ ਇੱਕ ਆਤਮਹੀਣ ਸੰਸਥਾ ਮੰਨਦੇ ਹਨ। ਤੀਸਰੀ ਗੱਲ, ਮਹਾਤਮਾ ਗਾਂਧੀ ਜੀ ਇਹ ਮੰਨਦੇ ਹਨ ਕਿ ਰਾਜ ਜੋ ਆਪਣੀ ਸ਼ਕਤੀ ਦਾ ਪ੍ਰਯੋਗ ਕਰਦਾ ਹੈ, ਰਾਜ ਕੋਲ ਸੈਨਾ ਹੁੰਦੀ ਹੈ, ਰਾਜ ਕੋਲ ਪੁਲਿਸ ਹੁੰਦੀ ਹੈ, ਰਾਜ ਦੇ ਕਾਨੂੰਨਾਂ ਕੋਲ ਸ਼ਕਤੀ ਹੁੰਦੀ ਹੈ, ਉਹ ਕਹਿੰਦੇ ਹਮੇਸ਼ਾ ਹੀ ਕਿਹਦੇ ਲਈ ਯੂਜ਼ ਕਰਦੇ ਨੇ? ਅਮੀਰਾਂ ਦੇ ਹਿੱਤਾਂ ਦੀ ਰਾਖੀ ਦੇ ਲਈ। ਭਾਵ ਗਾਂਧੀ ਜੀ ਮੰਨਦੇ ਹਨ ਕਿ ਰਾਜ ਦੀ ਸ਼ਕਤੀ ਦਾ ਪ੍ਰਯੋਗ ਅਮੀਰਾਂ ਦੇ ਹਿੱਤਾਂ ਦੀ ਰਾਖੀ ਲਈ ਹੁੰਦਾ ਹੈ, ਗਰੀਬਾਂ ਨੂੰ ਇਹਦਾ ਕੋਈ ਫਾਇਦਾ ਨਹੀਂ ਹੁੰਦਾ। ਚੌਥੀ ਗੱਲ, ਮਹਾਤਮਾ ਗਾਂਧੀ ਜੀ ਮੰਨਦੇ ਹਨ ਕਿ ਰਾਜਨੀਤਿਕ ਸ਼ਕਤੀ ਆਖਰੀ ਟੀਚਾ ਨਹੀਂ। ਜਿਵੇਂ ਕਿ ਸਾਡੇ ਅੱਜ ਦੇ ਰਾਜਨੀਤਿਕ ਦਲ ਇਹ ਸੋਚਦੇ ਹਨ ਕਿ ਜਦੋਂ ਤੱਕ ਸਾਨੂੰ ਰਾਜਨੀਤਿਕ ਸ਼ਕਤੀ ਨਹੀਂ ਮਿਲਦੀ, ਗੱਦੀ ਨਹੀਂ ਮਿਲਦੀ, ਤਾਂ ਕੋਈ ਫਾਇਦਾ ਨਹੀਂ। ਜਦੋਂ ਕਿ ਮਹਾਤਮਾ ਗਾਂਧੀ ਜੀ ਇਹ ਸੋਚਦੇ ਹਨ ਕਿ ਜੇ ਤੁਸੀਂ ਰਾਜਨੀਤੀ ਵਿੱਚ ਸੇਵਾ ਕਰਨੀ ਹੈ ਤਾਂ ਰਾਜਨੀਤਿਕ ਸ਼ਕਤੀ ਹੋਵੇ ਜਾਂ ਨਾ ਹੋਵੇ, ਉਹਦਾ ਕੋਈ ਖਾਸ ਮਤਲਬ ਨਹੀਂ ਹੈ। ਮਹਾਤਮਾ ਗਾਂਧੀ ਜੀ ਰਾਜ ਸੰਬੰਧੀ ਮੰਨਦੇ ਹਨ ਕਿ ਜੋ ਅੱਜ ਕੱਲ੍ਹ ਦੇ ਰਾਜ ਹਨ, ਜੋ ਤੁਸੀਂ ਅੱਜ ਕੱਲ੍ਹ ਦੇਖਦੇ ਹੋ ਬੇਟੇ ਰਾਜ, ਉਹ ਕਹਿੰਦੇ ਕਿਹਦੀ ਹੈ? ਹਿੰਸਾ ਤੇ ਆਧਾਰਿਤ ਹਨ। ਇਹ ਖੂਨ ਖਰਾਬਾ ਕਰਾਉਂਦੇ ਹਨ, ਦੰਗੇ ਫਸਾਦ ਕਰਾਉਂਦੇ ਹਨ, ਮਾੜੀਆਂ ਗੱਲਾਂ ਫੈਲਾਉਂਦੇ ਹਨ। ਸੰਸਾਰ ਵਿੱਚ ਸ਼ਾਂਤੀ ਖਤਮ ਕੀਤੀ ਹੋਈ ਹੈ ਇਹਨਾਂ ਰਾਜਾਂ ਨੇ। ਉਹ ਕਹਿੰਦੇ ਕਿ ਵਿਅਕਤੀ ਦੀ ਸੁਤੰਤਰਤਾ ਦੇ ਵੀ ਨਾਸ਼ਕ ਹਨ।
ਅੱਜ ਦੇ ਰਾਜ ਦੇ ਵਿੱਚ ਗਾਂਧੀ ਜੀ ਕਹਿੰਦੇ ਵਰਤਮਾਨ ਰਾਜ ਵਿੱਚ ਵਿਅਕਤੀ ਦੀ ਸੁਤੰਤਰਤਾ ਦਾ ਵੀ ਕੋਈ ਮੁੱਲ ਨਹੀਂ ਹੈ। ਇਹ ਵਿਅਕਤੀ ਦੀ ਸੁਤੰਤਰਤਾ ਨੂੰ ਨਾਸ਼ ਕਰ ਦਿੰਦੇ ਹਨ। ਖਾਸ ਤੌਰ ਤੇ ਕਮਜ਼ੋਰ ਅਤੇ ਗਰੀਬ ਲੋਕਾਂ ਦੀ ਤਾਂ ਅੱਜ ਦੇ ਰਾਜਾਂ ਵਿੱਚ ਕਹਿੰਦੇ ਕੋਈ ਸੁਤੰਤਰਤਾ ਹੀ ਨਹੀਂ ਹੈ। ਇਹਨਾਂ ਸਾਰੇ ਕਾਰਨਾਂ ਕਰਕੇ ਮਹਾਤਮਾ ਗਾਂਧੀ ਜੀ ਰਾਜ ਦੇ ਵਰਤਮਾਨ ਰੂਪ ਨੂੰ ਖਤਮ ਕਰ ਦੇਣਾ ਚਾਹੁੰਦੇ ਸਨ। ਅਤੇ ਉਹ ਕੀ ਚਾਹੁੰਦੇ ਹਨ? ਉਹ ਚਾਹੁੰਦੇ ਹਨ ਕਿ ਰਾਜ ਦੀ ਥਾਂ ਤੇ ਸਵਰਾਜ ਦੀ ਸਥਾਪਨਾ ਹੋਣੀ ਚਾਹੀਦੀ ਹੈ। ਸਵਰਾਜ, ਸਵਰਾਜ ਮੈਨੇ ਸਵੈ ਰਾਜ। ਅੱਗੇ ਅਸੀਂ ਕਰਾਂਗੇ ਕਿ ਗਾਂਧੀ ਜੀ ਇਸ ਰਾਜ ਨੂੰ, ਰਾਜ ਦੇ ਵਰਤਮਾਨ ਰੂਪ ਨੂੰ ਬਦਲ ਕੇ ਕੀ ਕਰਨਾ ਚਾਹੁੰਦੇ ਹਨ? ਸਵਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਹਨ। ਹੁਣ ਅੱਗੇ ਅਸੀਂ ਗੱਲ ਕਰਾਂਗੇ ਸਵਰਾਜ ਸੰਬੰਧੀ ਗਾਂਧੀ ਜੀ ਦੇ ਵਿਚਾਰ। ਗਾਂਧੀ ਜੀ's views about ਸਵਰਾਜ ਵੈਰੀ 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 ਇੰਪੋਰਟੈਂਟ। ਮੈਂ ਬਾਰ-ਬਾਰ ਕੁਐਸਚਨ ਜ਼ਰੂਰ ਦੱਸਦੀ ਹਾਂ ਕਿਉਂਕਿ ਬੱਚੇ ਨਹੀਂ ਤਾਂ ਫਿਰ ਕੁਐਸਚਨ ਨਹੀਂ ਸਮਝ ਸਕਦੇ ਕਿ ਕਿੱਦਾਂ ਦੇ ਆਉਣਗੇ। ਸੋ ਜਦੋਂ ਅਸੀਂ ਗਾਂਧੀ ਜੀ ਦੇ ਸਵਰਾਜ ਸੰਬੰਧੀ ਵਿਚਾਰ ਕਰਦੇ ਹਾਂ ਤਾਂ ਗਾਂਧੀ ਜੀ ਨੇ ਸਵਰਾਜ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ। ਨੰਬਰ 1 ਅਧਿਆਤਮਕ ਸਵਰਾਜ, ਨੰਬਰ 2 ਰਾਜਨੀਤਿਕ ਆਧਾਰ। ਅਧਿਆਤਮਕ ਆਧਾਰ ਅਤੇ ਰਾਜਨੀਤਿਕ ਆਧਾਰ। ਅਧਿਆਤਮਕ ਮੈਨੇ ਜੋ ਸਾਡੀ ਆਤਮਾ ਦੇ ਨਾਲ, ਜੋ ਸਾਡੀ ਆਤਮਾ ਅੰਦਰੂਨੀ, ਮਨੁੱਖ ਦੇ ਅੰਦਰੂਨੀ ਮਨ ਦੇ ਨਾਲ ਸੰਬੰਧਿਤ ਹਨ। ਗਾਂਧੀ ਜੀ ਕਹਿੰਦੇ ਹਨ ਕਿ ਮਨੁੱਖ ਦਾ ਰਾਜ ਹੋਣਾ ਚਾਹੀਦਾ ਹੈ ਸਵੈ ਰਾਜ। ਸਵਰਾਜ ਮੈਨੇ ਸਵੈ ਰਾਜ, ਆਪਣੇ ਤੇ ਰਾਜ ਕਰਨਾ ਲੋਕਤੰਤਰ ਦਾ ਹੀ ਰੂਪ ਹੈ। ਉਹ ਕਹਿੰਦੇ ਕਿ ਇੱਕ ਆਤਮਿਕ ਤੌਰ ਦੇ ਉੱਤੇ, ਦੂਸਰਾ ਰਾਜਨੀਤਿਕ ਤੌਰ ਦੇ ਉੱਤੇ। ਜਦੋਂ ਗਾਂਧੀ ਜੀ ਅਧਿਆਤਮਕ ਸਵਰਾਜ ਦੀ ਗੱਲ ਕਰਦੇ ਹਨ ਤਾਂ ਉਹ ਕੀ ਕਹਿੰਦੇ ਹਨ? ਸਵੈ ਰਾਜ, ਸਵੈ ਸੰਸ਼ਾਸਨ, ਸਵੈ ਆਤਮ ਸੰਜਮ। ਤਿੰਨ ਅੱਖਰ। ਆਤਮ ਸੰਜਮ ਮੈਨੇ ਆਪਣੇ ਆਪ ਤੇ ਕੰਟਰੋਲ ਕਰਨਾ। ਤੁਹਾਨੂੰ ਆਪਣੇ ਆਪ ਤੇ ਕੰਟਰੋਲ ਕਰਨਾ ਆਉਣਾ ਚਾਹੀਦਾ ਹੈ। ਗੁਰਬਾਣੀ ਦੀ ਐਗਜ਼ਾਮਪਲ ਫਿਰ ਦੇ ਰਹੀ ਹਾਂ। ਗੁਰਬਾਣੀ 'ਚ ਲਿਖਿਆ ਮਨ ਜੀਤੇ ਜਗਜੀਤ, ਕਿ ਜਿਸ ਵਿਅਕਤੀ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ ਤਾਂ ਸਮਝੋ ਉਸਨੇ ਜਗ ਨੂੰ, ਸੰਸਾਰ ਨੂੰ ਜਿੱਤ ਲਿਆ ਹੈ। ਗੁਰਬਾਣੀ ਵੀ ਇਸ ਚੀਜ਼ ਨੂੰ ਮੰਨਦੀ ਹੈ ਕਿ ਮਨ ਨੂੰ ਜਿੱਤਣਾ ਔਖਾ ਹੈ, ਜਗ ਨੂੰ ਜਿੱਤਣਾ ਸੌਖਾ ਹੈ। ਤੇ ਜਿਸ ਬੰਦੇ ਨੇ ਮਨ ਨੂੰ ਜਿੱਤ ਲਿਆ ਉਹਦਾ ਆਪਣੇ ਆਪ ਉੱਤੇ ਰਾਜ ਹੋਵੇਗਾ। ਉਹ ਦੂਜੇ ਦੇ ਹੱਥ ਵਿੱਚ ਕਠਪੁਤਲੀ ਨਹੀਂ ਹੋਵੇਗਾ। ਉਹ ਆਪਣੀਆਂ ਇੰਦਰੀਆਂ, ਆਪਣੇ ਮਨੋਭਾਵਾਂ ਨੂੰ, ਆਪਣੀਆਂ ਇੱਛਾਵਾਂ ਨੂੰ ਆਪ ਕੰਟਰੋਲ ਕਰ ਸਕਦਾ ਹੈ ਅਤੇ ਉਹ ਮਨੁੱਖ ਹਮੇਸ਼ਾ ਹੀ ਸੁਖੀ ਰਹੇਗਾ। ਮਹਾਭਾਰਤ ਟੀਵੀ ਤੇ ਆਂਦੀ ਹੈ। ਕ੍ਰਿਸ਼ਨ ਜੀ ਬਾਰ-ਬਾਰ ਕ੍ਰਿਸ਼ਨ ਜੀ ਇਹੀ ਗੱਲ ਕਹਿ ਰਹੇ ਨੇ ਕਿ ਜਿਸ ਮਨੁੱਖ ਨੇ ਆਪਣੇ ਆਪ ਤੇ ਕਾਬੂ ਪਾਉਣਾ ਸਿੱਖ ਲਿਆ, ਆਪਣੀ ਇੱਛਾਵਾਂ ਤੇ ਕਾਬੂ ਪਾਉਣਾ ਸਿੱਖ ਲਿਆ, ਉਹ ਸਦਾ ਹੀ ਸੁਖੀ ਰਹੇਗਾ, ਉਸ ਨੂੰ ਦੁੱਖ ਨਹੀਂ ਮਿਲੇਗਾ। ਸੋ ਗਾਂਧੀ ਜੀ ਚਾਹੁੰਦੇ ਸਨ ਕਿ ਸਵੈ ਰਾਜ ਵਿੱਚ ਹਰ ਮਨੁੱਖ ਦਾ ਆਪਣੇ ਤੇ ਰਾਜ ਹੋਵੇ ਅਤੇ ਆਪਣੇ ਆਪ ਤੇ ਕਾਬੂ ਪਾਉਣਾ ਆਉਣਾ ਚਾਹੀਦਾ ਹੈ। ਜਦੋਂ ਗਾਂਧੀ ਜੀ ਰਾਜਨੀਤਿਕ ਸਵਰਾਜ ਦੀ ਗੱਲ ਕਰਦੇ ਹਨ ਤਾਂ ਉਹ ਕਹਿੰਦੇ ਕਿਹੋ ਜਿਹਾ ਸਵਰਾਜ ਹੋਵੇ ਜਿਹਦੇ ਵਿੱਚ ਅਮੀਰ ਅਤੇ ਗਰੀਬਾਂ ਨੂੰ ਬਰਾਬਰ ਅਧਿਕਾਰ ਹੋਣ, ਸਮਾਜ ਵਿੱਚ ਅਮੀਰ ਅਤੇ ਗਰੀਬ ਬਰਾਬਰ ਹੋਣ। ਇਹਦੇ ਨਾਲ ਹੀ ਮਹਾਤਮਾ ਗਾਂਧੀ ਜੀ ਕਹਿੰਦੇ ਹਨ ਸਮਾਨ ਲੋੜਾਂ, ਸਾਰੇ ਲੋਕਾਂ ਨੂੰ ਸਮਾਨ ਸੁਤੰਤਰਤਾ ਦਿੱਤੀ ਜਾਵੇ, ਮਨੁੱਖ ਦੀਆਂ ਲੋੜਾਂ ਘੱਟ ਤੋਂ ਘੱਟ ਹੋਣ, ਸ਼ਕਤੀਆਂ ਵੰਡੀਆਂ ਹੋਣ। ਕਿਵੇਂ ਵੰਡੀਆਂ ਹੋਣ? ਰਾਜਨੀਤਿਕ ਸ਼ਕਤੀ ਵੀ ਲੋਕਾਂ ਵਿੱਚ ਵੰਡੀ ਹੋਵੇ। ਕੇਂਦਰੀ ਸਰਕਾਰਾਂ ਹੋਣ, ਰਾਜ ਸਰਕਾਰਾਂ ਹੋਣ, ਪੰਚਾਇਤਾਂ ਹੋਣ, ਨਗਰ ਪਾਲਿਕਾਵਾਂ ਹੋਣ, ਰਾਜਨੀਤਿਕ ਸ਼ਕਤੀ ਵੀ ਵੰਡੀ ਹੋਵੇ। ਆਰਥਿਕ ਸ਼ਕਤੀ, ਦੇਸ਼ ਦਾ ਧਨ ਵੀ ਵੰਡਿਆ ਹੋਵੇ। ਅਮੀਰ ਅਤੇ ਗਰੀਬ ਵਿੱਚ ਪਾੜਾ ਘੱਟ ਤੋਂ ਘੱਟ ਹੋਵੇ। ਇਹ ਨਾ ਹੋਵੇ ਕੋਈ ਬਹੁਤ ਅਮੀਰ ਹੋਵੇ ਤੇ ਇਹ ਨਾ ਹੋਵੇ ਕੋਈ ਬਹੁਤ ਗਰੀਬ ਹੋਵੇ। ਇਸ ਤਰ੍ਹਾਂ ਦਾ ਰਾਜ ਜੋ ਹਨ ਉਹ ਗਾਂਧੀ ਜੀ ਸਥਾਪਿਤ ਕਰਨਾ ਚਾਹੁੰਦੇ ਹਨ। ਗਾਂਧੀ ਜੀ ਇਹ ਵੀ ਮੰਨਦੇ ਹਨ ਬੱਚੇ ਕਿ ਜਿਵੇਂ ਦੀ ਮੈਂ ਕਲਪਨਾ ਕਰ ਰਿਹਾ ਹਾਂ, ਅੱਗੇ ਅਸੀਂ ਆਦਰਸ਼ ਸਮਾਜ ਦੀਆਂ ਵਿਸ਼ੇਸ਼ਤਾਵਾਂ ਕਰਾਂਗੇ। ਤੁਸੀਂ ਦੇਖਣਾ ਜਿਹੋ ਜਿਹਾ ਰਾਜ ਮਹਾਤਮਾ ਗਾਂਧੀ ਜੀ ਬਣਾਉਣਾ ਚਾਹੁੰਦੇ ਸਨ, ਰਾਮ ਰਾਜ ਬਣਾਉਣਾ ਚਾਹੁੰਦੇ ਸਨ, ਉਹ ਕਹਿੰਦੇ ਇਹ ਮੇਰੀ ਕਲਪਨਾ ਹੀ ਹੈ। ਇੱਥੋਂ ਤੱਕ ਕਿ ਮੈਨੂੰ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਗਾਂਧੀ ਦੇ ਆਪਣੇ ਦੇਸ਼ ਭਾਰਤ ਵਿੱਚ ਵੀ ਅਜਿਹੇ ਸਮਾਜ ਦੀ ਸਥਾਪਨਾ ਨਹੀਂ ਹੋ ਸਕੀ। ਸੋ ਗਾਂਧੀ ਜੀ ਰਾਜਨੀਤਿਕ ਸਵਰਾਜ ਦੀ ਗੱਲ ਕਰਦੇ ਹਨ। ਸੋ ਜਦੋਂ ਤੁਹਾਨੂੰ ਕੁਐਸਚਨ ਆ ਜਾਏ ਤਾਂ ਤੁਸੀਂ ਸਵਰਾਜ ਦੇ ਅਰਥ ਵਿੱਚ ਅਧਿਆਤਮਕ ਆਧਾਰ ਵੀ ਦੱਸਣਾ ਹੈ ਅਤੇ ਰਾਜਨੀਤਿਕ ਸਵਰਾਜ ਦੀ ਗੱਲ ਵੀ ਕਰਨੀ ਹੈ। ਗਾਂਧੀ ਜੀ ਅੱਗੇ ਸਵਰਾਜ ਦੀ ਪ੍ਰਾਪਤੀ ਦੇ ਲਈ ਆਦਰਸ਼ ਰਾਜ ਲਈ ਗਾਂਧੀ ਜੀ ਦੇ ਵਿਚਾਰ ਅਸੀਂ ਕਰਾਂਗੇ। ਆਦਰਸ਼ ਰਾਜ ਸੰਬੰਧੀ ਮਹਾਤਮਾ ਗਾਂਧੀ ਜੀ ਦੇ ਵਿਚਾਰ, views of Mahatma Gandhi regarding ideal state।
ਹੁਣ ਅਸੀਂ ਇਹ ਸੁਣਾਂਗੇ ਕਹਾਣੀ ਦੀ ਤਰ੍ਹਾਂ ਕਿ ਮਹਾਤਮਾ ਗਾਂਧੀ ਜੀ ਕਿਵੇਂ ਦੇ ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ। ਉਹ ਕੀ ਚਾਹੁੰਦੇ ਹਨ ਕਿ ਜਿਹੜਾ ਮੇਰੇ ਅਕੋਰਡਿੰਗ ਜੋ ਰਾਜ ਹੋਵੇ ਉਹ ਕਿੱਦਾਂ ਦਾ ਹੋਵੇ, ਜਿਹੜਾ ਸਮਾਜ ਦੀ ਸਿਰਜਣਾ ਉਹ ਕਰਨਾ ਚਾਹੁੰਦੇ ਸਨ ਉਹ ਕਿੱਦਾਂ ਦਾ ਸਮਾਜ ਹੋਵੇ। ਪਹਿਲੀ ਗੱਲ ਮਹਾਤਮਾ ਗਾਂਧੀ ਜੀ ਕਹਿੰਦੇ ਹਨ ਆਦਰਸ਼ ਰਾਜ ਹੋਵੇ। ਆਦਰਸ਼ ਮੈਨੇ ਬਹੁਤ ਵਧੀਆ, ਆਈਡੀਅਲ, ਬਹੁਤ ਵਧੀਆ ਰਾਜ ਹੋਵੇ ਜੋ ਸ਼ਕਤੀ ਤੇ ਆਧਾਰਿਤ ਨਾ ਹੋਵੇ ਅਤੇ ਵੱਧ ਤੋਂ ਵੱਧ ਸੁਤੰਤਰਤਾ ਤੇ ਆਧਾਰਿਤ ਹੋਵੇ। ਐਸੀ ਆਈਡੀਅਲ ਸਟੇਟ ਵਿਚ ਇਜ਼ ਨਾਟ ਬੇਸਡ ਔਨ ਦਾ ਪਾਵਰ ਬਟ ਔਨ ਦਾ ਫਰੀडम ਆਫ ਦਾ ਪੀਪਲ। ਮਹਾਤਮਾ ਗਾਂਧੀ ਚਾਹੁੰਦੇ ਹਨ ਕਿ ਸਾਡੇ ਲੋਕਾਂ ਦੀ ਵੱਧ ਤੋਂ ਵੱਧ ਲੋਕਾਂ ਨੂੰ ਸੁਤੰਤਰਤਾ ਮਿਲੇ, ਆਜ਼ਾਦੀ ਮਿਲੇ, ਸੋਚਣ ਦੀ, ਬੋਲਣ ਦੀ, ਕੰਮ ਕਰਨ ਦੀ, ਧਰਮ ਅਪਣਾਉਣ ਦੀ, ਵੋਟ ਪਾਉਣ ਦੀ, ਹਰ ਤਰ੍ਹਾਂ ਦੀ ਆਜ਼ਾਦੀ ਮਿਲੇ। ਮੇਰਾ ਰਾਜ ਸ਼ਕਤੀ ਤੇ ਆਧਾਰਿਤ ਨਹੀਂ ਹੋਣਾ ਚਾਹੀਦਾ, ਡੰਡੇ ਦੇ ਜ਼ੋਰ ਦੇ ਉੱਤੇ ਕੁਝ ਵੀ ਕਰਵਾਇਆ ਜਾਣਾ ਨਹੀਂ ਚਾਹੀਦਾ। ਦੂਸਰੀ ਗੱਲ ਮਹਾਤਮਾ ਗਾਂਧੀ ਜੀ ਮੰਨਦੇ ਹਨ ਸ਼੍ਰੇਣੀਹੀਨ ਅਤੇ ਰਾਜਹੀਨ ਰਾਜ। ਦੇਖੋ ਕਾਰਲ ਮਾਰਕਸ ਦੇ ਵਿੱਚ ਵੀ ਤੁਸੀਂ ਇਹ ਦੋ ਸ਼ਬਦ ਗਿਣੇ ਸੀ, ਤੁਹਾਨੂੰ ਯਾਦ ਆ ਗਿਆ ਬੇਟੇ। ਕਾਰਲ ਮਾਰਕਸ ਵੀ ਕਹਿੰਦੇ ਅਜਿਹਾ ਸਮਾਜ ਹੋਵੇ ਜਿਸ ਵਿੱਚ ਸ਼੍ਰੇਣੀਆਂ ਨਾ ਹੋਣ, ਬਹੁਤ ਅਮੀਰ, ਮੱਧ ਵਰਗ, ਗਰੀਬ, ਬਹੁਤ ਗਰੀਬ, ਗਰੀਬੀ ਦੀ ਰੇਖਾ ਤੋਂ ਘੱਟ, ਊਚ ਨੀਚ, ਤੇਰ ਮੇਰ। ਮਹਾਤਮਾ ਗਾਂਧੀ ਕਹਿੰਦੇ ਮੇਰੇ ਆਦਰਸ਼ ਰਾਜ ਵਿੱਚ ਅਜਿਹੀਆਂ ਸ਼੍ਰੇਣੀਆਂ ਨਾ ਹੋਣ ਜੋ ਮਨੁੱਖ ਦਾ ਮਨੁੱਖ ਦੇ ਨਾਲ ਭੇਦਭਾਵ ਕਰਨ। ਮੇਰਾ ਕਹਿੰਦੇ ਜੋ ਆਦਰਸ਼ ਰਾਜ ਹੋਏਗਾ ਉਹ ਰਾਜਹੀਣ ਹੋਏਗਾ, ਉਹਦੇ ਵਿੱਚ ਵਰਤਮਾਨ ਰਾਜ ਦੇ ਕੋਈ ਵੀ ਗੁਣ ਨਹੀਂ ਹੋਣਗੇ। ਸਟੇਟਲੈਸ ਸੁਸਾਇਟੀ, ਕਲਾਸਲੈਸ ਸੁਸਾਇਟੀ ਹੋਏਗੀ, ਸਾਰੇ ਬਰਾਬਰ ਹੋਣਗੇ, ਸਭ ਨੂੰ ਬਰਾਬਰ ਅਧਿਕਾਰ ਹੋਣਗੇ, ਸਭ ਨੂੰ ਬਰਾਬਰ ਸੁਤੰਤਰਤਾ ਹੋਏਗੀ, ਸਾਰੇ ਖੁਸ਼ੀ ਦੇ ਨਾਲ, ਵੱਧ ਤੋਂ ਵੱਧ ਆਨੰਦ ਦੇ ਨਾਲ ਉਸ ਸਮਾਜ ਵਿੱਚ ਰਹਿਣਗੇ। ਤੀਸਰੀ ਚੀਜ਼ ਮਹਾਤਮਾ ਗਾਂਧੀ ਜੀ ਮੰਨਦੇ ਹਨ ਸਵੈ ਸ਼ਾਸਿਤ ਰਾਜ, ਸੈਲਫ ਰੂਲਡ ਸਟੇਟ। ਉਹ ਕਹਿੰਦੇ ਮੇਰੇ ਅਕੋਰਡਿੰਗ ਮੇਰਾ ਆਦਰਸ਼ ਰਾਜ ਕਿੱਦਾਂ ਦਾ ਹੋਏਗਾ, ਸੁਪਨਾ ਹੈ। ਦੇਖੋ ਬੱਚੇ, ਗਾਂਧੀ ਜੀ ਦਾ ਸੁਪਨਾ ਹੈ। ਆਦਰਸ਼ ਰਾਜ ਤਾਂ ਗਾਂਧੀ ਜੀ ਦੀ ਸੁਪਨਾ ਬਣ ਕੇ ਰਹਿ ਗਿਆ। ਮੈਂ ਤੁਹਾਨੂੰ ਦੱਸ ਕੇ ਹਟੀ ਹਾਂ ਕਿ ਗਾਂਧੀ ਜੀ ਦੇ ਆਪਣੇ ਦੇਸ਼ ਵਿੱਚ ਵੀ ਆਦਰਸ਼ ਰਾਜ ਦੀ ਸਥਾਪਨਾ ਨਹੀਂ ਹੋ ਸਕੀ। ਸੋ ਗਾਂਧੀ ਜੀ ਕਹਿੰਦੇ ਹਨ ਅਜਿਹਾ ਮੇਰਾ ਆਦਰਸ਼ ਸਮਾਜ ਹੋਣਾ ਚਾਹੀਦਾ ਜਿਹਦੇ ਵਿੱਚ ਸਵੈ ਸ਼ਾਸਨ ਹੋਵੇ, ਹਰ ਵਿਅਕਤੀ ਆਪਣੇ ਤੇ ਆਪ ਸ਼ਾਸਨ ਕਰੇ। ਕਿਵੇਂ? ਹਰੇਕ ਵਿਅਕਤੀ ਆਪਣੇ ਮਨ ਦੇ ਉੱਤੇ ਕਾਬੂ ਕਰੇ, ਆਪਣੀਆਂ ਇੰਦਰੀਆਂ ਤੇ ਕਾਬੂ ਕਰੇ, ਆਪਣੀਆਂ ਬੇਲੋੜੀ ਇੱਛਾਵਾਂ ਤੇ ਕਾਬੂ ਕਰੇ, ਆਪਣੇ ਔਗਣਾਂ ਤੇ ਕਾਬੂ ਕਰੇ, ਸਵੈ ਸ਼ਾਸਨ ਹੋਵੇ। ਦੂਜੇ ਪਾਸੇ ਇਹ ਵੀ ਗਾਂਧੀ ਜੀ ਮੰਨਦੇ ਹਨ ਕਿ ਪੰਚਾਇਤਾਂ ਹੋਣ, ਨਗਰ ਪਾਲਿਕਾਵਾਂ ਹੋਣ, ਲੋਕਾਂ ਦੀਆਂ ਸੰਸਥਾਵਾਂ ਹੋਣ, ਪ੍ਰਤੀਨਿਧੀ ਸੰਸਥਾਵਾਂ ਹੋਣ, ਜੋ ਲੋਕਾਂ ਦੀਆਂ ਚੁਣੀਆਂ ਹੋਈਆਂ ਸੰਸਥਾਵਾਂ ਹੀ ਲੋਕਾਂ ਤੇ ਰਾਜ ਕਰਨ। ਅਜਿਹੇ ਰਾਜ ਦਾ ਸੁਪਨਾ ਮੈਂ ਦੇਖਦਾ ਹਾਂ। ਅੱਗੇ ਗਾਂਧੀ ਜੀ ਮੰਨਦੇ ਹਨ ਕਿ ਰਾਜ ਇੱਕ ਸਾਧਨ, ਅੰਤ ਨਹੀਂ। ਸਟੇਟ ਇਜ਼ ਓਨਲੀ ਅ ਮੀਨਸ ਨਾਟ ਐਨ ਐਂਡ। ਸਾਧਨ ਮੀਨਸ ਰਾਜ ਇੱਕ ਸਾਧਨ ਹੋਵੇ, ਰਾਜ ਦਾ ਮੁੱਖ ਉਦੇਸ਼ ਕੀ ਹੋਵੇ? ਲੋਕਾਂ ਦਾ ਭਲਾ ਕਰਨਾ। ਰਾਜ ਲੋਕਾਂ ਦੇ ਭਲੇ ਲਈ, ਕਲਿਆਣ ਦੇ ਲਈ ਕੰਮ ਕਰੇ। ਰਾਜ ਆਪਣੇ ਆਪ ਵਿੱਚ ਬਹੁਤ ਵੱਡੀ ਸੰਸਥਾ ਬਣ ਕੇ ਨਾ ਰਹਿ ਜਾਵੇ। ਰਾਜ ਉਦੇਸ਼ ਨਾ ਹੋਵੇ ਬਲਕਿ ਮਨੁੱਖ ਉਦੇਸ਼ ਹੋਵੇ, ਵਿਅਕਤੀ ਉਦੇਸ਼ ਹੋਵੇ। ਰਾਜ ਕੇਵਲ ਉਹਦਾ ਇੱਕ ਸਾਧਨ ਹੋਵੇ ਜਿਸ ਦੇ ਰਾਹੀਂ ਵਿਅਕਤੀ ਦੀ ਸੁਤੰਤਰਤਾ ਅਤੇ ਵਿਅਕਤੀ ਦੀ ਖੁਸ਼ੀ ਨੂੰ ਹਾਸਲ ਕੀਤਾ ਜਾ ਸਕਦਾ ਹੋਵੇ। ਗਾਂਧੀ ਜੀ ਕਲਿਆਣਕਾਰੀ ਰਾਜ ਦੀ ਗੱਲ ਕਰਦੇ ਹਨ। ਉਸ ਤੋਂ ਅੱਗੇ ਉਹ ਆਦਰਸ਼ ਰਾਜ ਦੇ ਸੁਪਨੇ 'ਚ ਕਹਿੰਦੇ ਆ ਪੁਲਿਸ ਕੇਵਲ ਲੋਕਾਂ ਦੀ ਸਹਾਇਤਾ ਲਈ। ਹੁਣ ਉਹ ਕਹਿੰਦੇ ਰਾਜ ਕੋਲ ਕੀ ਹੁੰਦੀ ਹੈ? ਪੁਲਿਸ ਹੁੰਦੀ ਹੈ, ਸੈਨਾ ਹੁੰਦੀ ਹੈ, ਤੇ ਰਾਜ ਦੀ ਵਰਤੋਂ ਕਰਦਾ ਹੈ ਲੋਕਾਂ ਨੂੰ ਦਬਾਉਣ ਲਈ, ਡਰਾਉਣ ਲਈ। ਮਹਾਤਮਾ ਗਾਂਧੀ ਜੀ ਕਹਿੰਦੇ ਹਨ ਮੇਰਾ ਸੁਪਨਾ ਹੈ ਕਿ ਮੇਰੇ ਆਦਰਸ਼ ਰਾਜ ਵਿੱਚ ਪੁਲਿਸ ਕਾਦੇ ਲਈ ਹੋਵੇ? ਅਬਲ ਤਾਂ ਹੋਵੇ ਹੀ ਨਾ, ਸੈਨਾ ਤੇ ਪੁਲਿਸ ਗਾਂਧੀ ਜੀ ਕਹਿੰਦੇ ਹੋਵੇ ਹੀ ਨਾ। ਜੇ ਹੋਵੇ ਤਾਂ ਕਿਉਂ ਹੋਵੇ? ਲੋਕਾਂ ਦੀ ਮਦਦ ਕਰਨ ਦੇ ਲਈ। ਜਿੱਥੇ ਲੋਕਾਂ ਨੂੰ ਪ੍ਰੋਬਲਮ ਆਵੇ ਉੱਥੇ ਪੁਲਿਸ ਉਹਨਾਂ ਦੀ ਸਹਾਇਤਾ ਕਰੇ। ਪੁਲਿਸ ਲੋਕਾਂ ਦੇ ਉੱਤੇ ਡੰਡੇ ਨਾ ਵਰਸਾਵੇ, ਲੋਕਾਂ ਨਾਲ ਗਲਤ ਨਾ ਕਰੇ, ਬਲਕਿ ਸਜ਼ਾ ਦੀ ਜਗ੍ਹਾ ਲੋਕਾਂ ਨੂੰ ਸੁਝਾਅ ਦੇਵੇ ਅਤੇ ਸਲਾਹ ਦੇਵੇ, ਸਹਾਇਤਾ ਕਰੇ। ਜਿਵੇਂ ਕਿ ਤੁਸੀਂ ਅੱਜ ਕਰੋਨਾ ਦੇ ਸਮੇਂ 'ਚ ਦੇਖ ਰਹੇ ਹੋ ਕਿ ਬੜੇ ਮਾਣ ਨਾਲ ਕਿਹਾ ਜਾ ਰਿਹਾ ਹੈ ਕਿ ਸਾਡੇ ਪੂਰੇ ਭਾਰਤ ਦੀ ਪੁਲਿਸ, ਸਾਡੇ ਪੰਜਾਬ ਦੀ ਪੁਲਿਸ ਨੇ ਆਪਣੀ ਜਾਨਾਂ ਵਾਰ ਕੇ, ਜਾਨਾਂ ਤਲੀ ਤੇ ਰੱਖ ਕੇ ਵੀ ਅੱਜ ਲੋਕਾਂ ਦੀ ਸਹਾਇਤਾ ਕਰ ਰਹੇ ਹਨ। ਬਹੁਤ ਅੱਛੀ ਗੱਲ ਹੈ। ਉਸ ਤੋਂ ਅੱਗੇ ਗਾਂਧੀ ਜੀ ਕਹਿੰਦੇ ਹਨ ਅਪਰਾਧ, ਸਜ਼ਾ ਅਤੇ ਨਿਆਂ। ਮਹਾਤਮਾ ਗਾਂਧੀ ਜੀ ਕਹਿੰਦੇ ਵੈਸੇ ਤਾਂ ਮੇਰੇ ਆਦਰਸ਼ ਸਮਾਜ ਵਿੱਚ ਅਪਰਾਧ ਹੋਣਗੇ ਹੀ ਨਹੀਂ, ਕਿਉਂਕਿ ਜੇ ਹਰ ਮਨੁੱਖ ਨੇ ਆਪਣੇ ਤੇ ਕਾਬੂ ਪਾ ਲਿਆ, ਆਪਣੇ ਔਗਣਾਂ ਤੇ ਕਾਬੂ ਪਾ ਲਿਆ, ਆਪਣੀਆਂ ਇੰਦਰੀਆਂ ਤੇ ਕਾਬੂ ਪਾ ਲਿਆ, ਆਪਣੇ ਗੁੱਸੇ ਤੇ ਕਾਬੂ ਪਾ ਲਿਆ, ਤਾਂ ਅਪਰਾਧ ਆਪਣੇ ਆਪ ਘਟ ਜਾਣਗੇ।
ਜੇ ਕਹਿੰਦੇ ਅਪਰਾਧ ਹੈ ਤਾਂ ਅਪਰਾਧੀ ਨੂੰ ਆਪਾਂ ਨੇ ਸਜ਼ਾ ਨਹੀਂ ਦੇਣੀ, ਅਪਰਾਧੀ ਨੂੰ ਅਸੀਂ ਨਫ਼ਰਤ ਨਹੀਂ ਕਰਨੀ, ਬਲਕਿ ਅਪਰਾਧ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਹੈ। ਸਜ਼ਾ ਨਹੀਂ ਦੇਣੀ। ਮਹਾਤਮਾ ਗਾਂਧੀ ਜੀ ਸਜ਼ਾ ਦੇਣ ਦੇ ਹੱਕ ਵਿੱਚ ਨਹੀਂ ਸਨ। ਉਹ ਕਹਿੰਦੇ ਸਜ਼ਾ ਦੇ ਨਾਲ ਮਨੁੱਖ ਦੇ ਅੰਦਰ ਗੁੱਸੇ ਦੀ ਭਾਵਨਾ ਆਉਂਦੀ ਹੈ, ਮਨੁੱਖ ਦੇ ਡਿਪਰੈਸ਼ਨ ਵਿੱਚ ਜਾਂਦਾ ਹੈ ਮਨੁੱਖ। ਉਹ ਕਹਿੰਦੇ ਸਜ਼ਾ ਦੀ ਜਗ੍ਹਾ ਦੇ ਉੱਤੇ ਕੀ ਕੀਤਾ ਜਾਵੇ, ਸੁਧਾਰ ਕੀਤਾ ਜਾਵੇ। ਮਹਾਤਮਾ ਗਾਂਧੀ ਜੀ ਆਪਣੇ ਸਟੂਡੈਂਟਸ ਨੂੰ ਜਦੋਂ ਪੜ੍ਹਾਉਂਦੇ ਸਨ, ਜੇ ਉਹਨਾਂ ਦਾ ਕੋਈ ਵਿਦਿਆਰਥੀ ਕੋਈ ਗਲਤੀ ਕਰਦਾ ਸੀ ਜਾਂ ਕੰਮ ਸਹੀ ਨਹੀਂ ਕਰਦਾ ਸੀ ਤਾਂ ਗਾਂਧੀ ਜੀ ਉਸ ਨੂੰ ਦਿਖਾਉਣ ਦੇ ਲਈ, ਉਸ ਨੂੰ ਸਮਝਾਉਣ ਦੇ ਲਈ ਆਪਣੇ ਆਪ ਨੂੰ ਸਜ਼ਾ ਦਿੰਦੇ ਸਨ ਅਤੇ ਸਾਰਾ ਦਿਨ ਭੁੱਖੇ ਰਹਿੰਦੇ ਸਨ। ਉਹ ਕਹਿੰਦੇ ਸਜ਼ਾ ਦੇਣੀ ਹੈ ਤਾਂ ਅਜਿਹੀ ਦਿਓ ਕਿ ਮਨੁੱਖ ਦੂਸਰੇ ਨੂੰ ਸਜ਼ਾ ਨਹੀਂ ਦੇਣੀ, ਆਪਣੇ ਆਪ ਨੂੰ ਦਿਓ ਕਿ ਉਹਦੀ ਆਤਮਾ ਤਾਂ ਉਸ ਨੂੰ ਝੰਜੋੜੇ ਕਿ ਦੇਖ ਗਲਤ ਕੰਮ ਮੈਂ ਕੀਤਾ ਹੈ, ਸਜ਼ਾ ਇਹ ਮੇਰੇ ਕਰਕੇ ਇਹ ਲੈ ਰਹੇ ਹਨ। ਸੋ ਕਹਿੰਦੇ ਨਿਆਂ ਹੋਣਾ ਚਾਹੀਦਾ ਹੈ। ਨਿਆਂ ਵੀ ਅਦਾਲਤਾਂ ਵੱਡੀਆਂ ਵੱਡੀਆਂ ਨਾ ਕਰਨ, ਨਾ ਲੋਕਾਂ ਦਾ ਪੈਸਾ ਲੱਗੇ, ਨਾ ਜ਼ਿਆਦਾ ਨਿਆਂ ਲਈ ਸਮਾਂ ਲੱਗੇ, ਬਲਕਿ ਪੰਚਾਇਤਾਂ ਹੀ ਨਿਆਂ ਕਰ ਦੇਣ। ਅਜਿਹਾ ਸਮਾਜ ਹੋਵੇ ਜਿਹਦੇ ਵਿੱਚ ਲੋਕਾਂ ਨੂੰ ਨਿਆਂ ਉਡੀਕਣਾ ਨਾ ਪਵੇ, ਬਲਕਿ ਨਾਲ ਨਾਲ ਨਿਆਂ ਮਿਲ ਸਕੇ। ਸੋ ਗਾਂਧੀ ਜੀ ਆਪਣੇ ਆਦਰਸ਼ ਰਾਜ ਵਿੱਚ ਅਪਰਾਧ ਲਈ ਸਜ਼ਾ ਲਈ ਕੋਈ ਜਗ੍ਹਾ ਨਹੀਂ ਰੱਖਦੇ। ਪੰਚਾਇਤਾਂ ਨੂੰ ਵਧੇਰੇ ਫੈਸਲਾ ਲੈਣ ਦੀ ਸ਼ਕਤੀ। ਬੱਚੇ ਤੁਹਾਨੂੰ ਯਾਦ ਹੋਏਗਾ, ਤੁਹਾਨੂੰ ਦੱਸਣਾ ਚਾਹਾਂਗੀ ਕਿ ਪੰਚਾਇਤਾਂ, ਅਸੀਂ ਬਹੁਤ ਜਲਦੀ ਇਸੇ ਮੰਥ ਦੇ ਲੈਕਚਰ ਦੇ ਵਿੱਚ ਅਸੀਂ ਪੰਚਾਇਤੀ ਰਾਜ ਵੀ ਕਰਾਂਗੇ। ਮੈਂ ਹੀ ਤੁਹਾਡੇ ਨਾਲ ਗੱਲ ਕਰਾਂਗੀ ਪੰਚਾਇਤੀ ਰਾਜ ਦੇ ਉੱਤੇ ਵੀ। ਸੋ ਪੰਚਾਇਤ ਦਾ ਜੋ ਕਨਸੈਪਟ ਹੈ, ਪੰਚਾਇਤ ਕਿਹੜੀ ਸੰਸਥਾ ਹੈ? ਪੰਚਾਇਤ ਦੇ ਵਿੱਚ ਪੰਚਾਇਤ ਆ ਜਾਂਦੀ ਹੈ, ਬਲਾਕ ਸਮਿਤੀ ਆ ਜਾਂਦੀ ਹੈ, ਜ਼ਿਲ੍ਹਾ ਪਰਿਸ਼ਦ ਆ ਜਾਂਦੀ ਹੈ, ਨਗਰ ਪਾਲਿਕਾ ਆ ਗਈ, ਨਗਰ ਨਿਗਮ ਆ ਗਈ। ਇਹ ਬੇਟੇ ਕਿਹੜੀਆਂ ਸੰਸਥਾਵਾਂ ਨੇ? ਸਥਾਨਕ ਪੱਧਰ ਦੇ ਲੋਕਤੰਤਰ ਦੀਆਂ ਸੰਸਥਾਵਾਂ, ਜਿਨ੍ਹਾਂ ਦਾ ਉਦੇਸ਼, ਜਿਨ੍ਹਾਂ ਵਿੱਚ ਲੋਕ ਸਿੱਧੇ ਆਪਣੇ ਨੁਮਾਇੰਦਿਆਂ ਨੂੰ ਚੁਣਦੇ ਹਨ ਅਤੇ ਉਹ ਪ੍ਰਤੀਨਿਧੀ, ਉਹ ਨੁਮਾਇੰਦੇ ਜੋ ਸਿੱਧੇ ਲੋਕਾਂ ਨਾਲ ਸੰਬੰਧਿਤ ਹੁੰਦੇ ਹਨ। ਤੁਹਾਡੇ ਪਿੰਡ ਦੇ, ਤੁਹਾਡੇ ਸ਼ਹਿਰ ਦੇ, ਤੁਹਾਡੇ ਆਲੇ ਦੁਆਲੇ ਦਾ ਵਿਅਕਤੀ ਹੀ ਤੁਹਾਡੇ ਤੇ ਰਾਜ ਕਰ ਰਿਹਾ। ਉਹਨੂੰ ਤੁਹਾਡੀ ਸਮੱਸਿਆਵਾਂ ਦਾ ਪਤਾ, ਤੁਹਾਨੂੰ ਉਹਦੀ ਗੱਲਬਾਤ ਦਾ ਪਤਾ। ਸੋ ਮਹਾਤਮਾ ਗਾਂਧੀ ਜੀ ਕਹਿੰਦੇ ਵੱਡੀ ਵੱਡੀਆਂ ਸਰਕਾਰਾਂ, ਸੰਸਦਾਂ, ਰਾਜ ਵਿਧਾਨ ਮੰਡਲਾਂ ਦੀ ਲੋੜ ਨਹੀਂ, ਬਲਕਿ ਪੰਚਾਇਤਾਂ ਨੂੰ ਵਧੇਰੇ ਫੈਸਲੇ ਕਰਨ ਦੀ ਸ਼ਕਤੀ ਦਿੱਤੀ ਜਾਵੇ, ਤਾਂ ਜੋ ਲੋਕਾਂ ਨੂੰ ਨਿਆਂ ਸਸਤਾ ਵੀ ਮਿਲੇ, ਸੌਖਾ ਵੀ ਮਿਲੇ ਅਤੇ ਜਲਦੀ ਵੀ ਮਿਲੇ। ਅਸੀਂ ਇਹ ਦੱਸਣਾ, ਮੈਂ ਇੱਥੇ ਜ਼ਰੂਰ ਇਹ ਦੱਸਾਂਗੀ ਬੱਚੇ, ਜਿਹੜਾ ਪੰਚਾਇਤੀ ਰਾਜ ਹੈ ਉਹ ਭਾਰਤ ਦੇ ਵਿੱਚ ਜਦੋਂ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਸੀ ਤਾਂ 1959 ਦੇ ਵਿੱਚ ਉਹ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਵਾਲੇ ਦਿਨ 2 ਅਕਤੂਬਰ 1959 ਦੇ ਵਿੱਚ ਰਾਜਸਥਾਨ ਸ਼ੁਰੂ ਕੀਤਾ ਗਿਆ ਸੀ, ਕਿਉਂਕਿ ਮਹਾਤਮਾ ਗਾਂਧੀ ਭਾਰਤ ਨੂੰ ਪਿੰਡਾਂ ਵਿੱਚ ਦੇਖਣਾ ਚਾਹੁੰਦੇ ਸਨ, ਭਾਰਤ ਨੂੰ ਪੰਚਾਇਤਾਂ ਵਿੱਚ ਦੇਖਣਾ ਚਾਹੁੰਦੇ ਸਨ। ਸੋ ਯਾਦ ਰੱਖਣਾ ਹੈ, ਪੰਚਾਇਤਾਂ ਨੂੰ ਉਹ ਬਹੁਤ ਜ਼ਿਆਦਾ ਮਹੱਤਤਾ ਦਿੰਦੇ ਨੇ। ਅੱਗੇ ਹੈ ਜੇਲ੍ਹਾਂ ਦੀ ਥਾਂ ਸੁਧਾਰ ਕਰ, ਕਿ ਮਹਾਤਮਾ ਗਾਂਧੀ ਜੀ ਕੀ ਕਹਿੰਦੇ ਹਨ ਕਿ ਜੇਲ੍ਹਾਂ ਨਾ ਹੋਣ। ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟੀ ਹਾਂ ਕਿ ਜੇਲ੍ਹਾਂ ਨਾ ਹੋਣ। ਉਹ ਕਹਿੰਦੇ ਜੇਲ੍ਹ ਦੇ ਵਿੱਚ ਅਸੀਂ ਕੈਦੀਆਂ ਨੂੰ ਪਾ ਦਿੰਦੇ ਹਾਂ, ਲੰਬੀਆਂ ਸਜ਼ਾਵਾਂ ਦੇ ਦਿੰਦੇ ਹਾਂ, ਉਹਦੇ ਨਾਲ ਬੰਦਾ ਅੰਦਰ ਦੀ ਅੰਦਰ ਆਤਮਿਕ ਤੌਰ ਤੇ ਵੀ ਟੁੱਟ ਜਾਂਦਾ ਹੈ, ਡਿਪਰੈਸ਼ਨ 'ਚ ਚਲਾ ਜਾਂਦਾ ਹੈ, ਮਨੁੱਖ ਅੰਦਰ ਬਦਲੇ ਦੀ ਭਾਵਨਾ ਆਉਂਦੀ ਹੈ। इसकी बजाय दे ते जेलों की जगह किया जाए, सुधार घर बनाए जाए, रिफॉर्म सेंटर बनाए जाए, जिथे मनुख की अंदरूनी जो मनुख के अंदर माड़ियां गल्लां आ गई ना, उन्हां दा सुधार किया जा सकता होवे। सो तुसी देखो अजकल भी आपां देखदे आ कि कई साडियां बहुत सारियां जेलों दे विच रिफॉर्म सेंटर बनाए ने, जिथे जो अंदर सज़ा कट रहे कैदी ने उन्हां नूं कई तरीके दे हथ दे काम करवाए जाते हैं, पेंटिंग सिखाई जाती है, वो टोकरियां बनाते हैं, वो कई तरीके की होर चीज़ां बनाते हैं तां जो उन्होंने ध्यान नूं किसी वधिया काम च लगाया जा सके। इत्थों तक कि योगा करवाया जाता है, उन्होंने लिए लैक्चर्स दिते जाते हैं। श्रीमती किरण बेदी जी जो पुलिस के हैड सन, उन्होंने बहुत जेलों का बहुत सुधार किया। सो महात्मा गांधी जी तो गल खत्म करते हैं कि जेलां होणियां ही नहीं चाहिए, जेलों की जगह पर सुधार घर होने चाहिए हैं। असी बच्चे तुहानूं याद करा दा, तुसी सुनते सुनते भुल जाओगे। असी कर रहे हैं महात्मा गांधी के आदर्श राज दीयां विशेषतावां। कई बार बच्चे मैंने पूछ लेंदे ने मैम विशेषतावां विच की आएगा। बच्चे ये सारा जो मैं करवा रही हैं सारा विशेषतावां दे विच ही आएगा कि वो किद्दां दा राज बनाउणा चाहुंदे हन। आदर्श राज संबंधी फिर महात्मा गांधी जी अगली गल कहंदे हन, आर्थिक अते राजनीतिक वंड, कि शक्तियां वंडियां होण। आर्थिक मैंने देश का धन भी वंडिया होवे, वड्डे उद्योग नहीं होने चाहिए, वड्डे उद्योगों की जगह के उत्ते छोटे छोटे उद्योग होण। वड्डे उद्योग नाल की होएगा, पैसा कुछ कुछ लोगों के हत्थां विच आवेगा,
ਛੋਟੇ ਅਤੇ ਘਰੇਲੂ ਉਦਯੋਗਾਂ ਨਾਲ ਕੀ ਹੋਏਗਾ? ਪੈਸਾ ਕਾਫੀ ਹੱਥਾਂ ਵਿੱਚ ਆਵੇਗਾ। ਹਰੇਕ ਪਿੰਡ ਦੇ ਵਿੱਚ ਘਰੇਲੂ ਉਦਯੋਗ ਹੋਣ, ਕੋਈ ਕਿਸੇ ਦੇ ਫੁਲਕਾਰੀ ਦਾ ਉਦਯੋਗ ਹੋਵੇ, ਜੁੱਤੀਆਂ ਬਣਾਉਣ ਦਾ ਹੋਵੇ, ਟੋਕਰੀਆਂ ਦਾ ਹੋਵੇ, ਮਿਲਕ ਪਲਾਂਟ ਲਗਾਏ ਜਾਣ, ਛੋਟੇ ਛੋਟੇ ਉਦਯੋਗ ਹੋਣ ਤਾਂ ਜੋ ਪੈਸਾ ਵੰਡਿਆ ਜਾਵੇ। ਇਸੇ ਤਰੀਕੇ ਦੇ ਨਾਲ ਰਾਜਨੀਤਿਕ ਸ਼ਕਤੀ ਵੀ ਸੰਸਦ, ਵਿਧਾਨ ਪਾਲਿਕਾਵਾਂ ਤੱਕ ਹੀ ਸੀਮਤ ਨਾ ਰਵੇ, ਬਲਕਿ ਪੰਚਾਇਤਾਂ, ਨਗਰ ਪਾਲਿਕਾ, ਜ਼ਿਲ੍ਹਾ ਪਰਿਸ਼ਦਾਂ, ਬਲਾਕ ਸਮਿਤੀਆਂ ਸਭ ਦੇ ਹੱਥਾਂ ਵਿੱਚੋਂ ਸ਼ਕਤੀਆਂ ਵੰਡੀਆਂ ਹੋਣੀਆਂ ਚਾਹੀਦੀਆਂ ਹਨ। ਔਰ ਯਾਦ ਹੋਏਗਾ ਤੁਹਾਨੂੰ ਕਿ ਜਦੋਂ ਬੱਚੇ ਸ਼ਕਤੀਆਂ ਵੰਡੀਆਂ ਹੋਏਗਾ, ਧਨ ਵੰਡਿਆ ਹੋਏਗਾ ਤਾਂ ਕੋਈ ਮਨਮਰਜ਼ੀ ਨਹੀਂ ਕਰ ਸਕਦਾ, ਦੇਸ਼ ਦਾ ਬਹੁਤ ਸੁਧਾਰ ਕੀਤਾ ਜਾ ਸਕਦਾ ਹੈ। ਮਹਾਤਮਾ ਗਾਂਧੀ ਜੀ ਵੱਡੇ ਵੱਡੇ ਉਦਯੋਗਾਂ ਦੇ ਹੱਕ, ਵੱਡੇ ਵੱਡੇ ਸ਼ਹਿਰਾਂ ਦੇ ਹੱਕ ਵਿੱਚ ਨਹੀਂ ਹਨ। ਜਿਵੇਂ ਅੱਜ ਕੱਲ੍ਹ ਸਾਡੇ ਦਿੱਲੀ ਹੈ, ਮਹਾਨਗਰ ਬੰਬੇ ਹੈ, ਹੈਦਰਾਬਾਦ ਹੈ, ਇੰਦੌਰ ਹੈ, ਵੱਡੇ ਵੱਡੇ ਸ਼ਹਿਰਾਂ 'ਚ ਜੇ ਤੁਸੀਂ ਹੁਣ ਧਿਆਨ ਨਾਲ ਦੇਖੋ, ਜੋ ਕਰੋਨਾ ਮਹਾਮਾਰੀ ਵੀ ਫੈਲਦੀ ਜਾ ਰਹੀ ਹੈ, ਉਹ ਬੱਚੇ ਤੁਸੀਂ ਦੇਖੋ ਛੋਟੇ ਸ਼ਹਿਰਾਂ ਦੀ ਬਜਾਏ ਵੱਡੇ ਸ਼ਹਿਰਾਂ ਵਿੱਚ ਜ਼ਿਆਦਾ ਹੈ, ਕਿਉਂਕਿ ਭੀੜ ਭੜੱਕਾ ਬਹੁਤ ਹੈ, ਬਿਮਾਰੀਆਂ ਬਹੁਤ ਨੇ, ਸ਼ਾਂਤੀ ਦੀ ਕਮੀ ਹੈ, ਸਕੂਨ ਦੀ ਕਮੀ ਹੈ। ਸੋ ਮਹਾਤਮਾ ਗਾਂਧੀ ਜੀ ਕਦੇ ਵੀ ਵੱਡੇ ਸ਼ਹਿਰਾਂ ਦੇ ਹੱਕ ਵਿੱਚ ਨਹੀਂ ਹਨ। ਉਹ ਕਹਿੰਦੇ ਭਾਰਤ ਪਿੰਡਾਂ ਦਾ ਦੇਸ਼ ਹੈ, ਛੋਟੇ ਛੋਟੇ ਪਿੰਡ ਹੋਣ, ਪਿੰਡਾਂ ਵਿੱਚ ਹਰ ਵਿਅਕਤੀ ਆਪਣਾ ਕੰਮ ਕਰੇ, ਛੋਟੇ ਛੋਟੇ ਉਦਯੋਗ ਹੋਣ, ਛੋਟੀ ਛੋਟੀ ਇੰਡਸਟਰੀਜ਼ ਹੋਣ, ਛੋਟੇ ਛੋਟੇ ਕੰਮ ਹੋਣ ਤਾਂ ਜੋ ਹਰੇਕ ਵਿਅਕਤੀ ਨੂੰ ਰੁਜ਼ਗਾਰ ਮਿਲ ਸਕੇ। ਇਸ ਲਈ ਮਹਾਤਮਾ ਗਾਂਧੀ ਪਿੰਡਾਂ ਦੇ ਵਿੱਚ ਹੀ ਭਾਰਤ ਨੂੰ ਦੇਖਣਾ ਚਾਹੁੰਦੇ ਹਨ। ਇਸੇ ਤਰੀਕੇ ਨਾਲ ਆਪਣੇ ਆਦਰਸ਼ ਰਾਤ ਵਿੱਚ ਗਾਂਧੀ ਜੀ ਮੰਨਦੇ ਹਨ ਕਿ ਲੋਕਤੰਤਰੀ ਪ੍ਰਣਾਲੀ ਹੋਵੇ, ਰਾਜੇ ਦਾ ਰਾਜ ਨਾ ਹੋਵੇ, ਤਾਨਾਸ਼ਾਹ ਦਾ ਰਾਜ ਨਾ ਹੋਵੇ, ਲੋਕਾਂ ਉੱਤੇ ਜ਼ੁਲਮ ਨਾ ਹੋਣ, ਬਲਕਿ ਡੈਮੋਕ੍ਰੈਟਿਕ ਸਿਸਟਮ ਹੋਵੇ ਜਿਹਦੇ ਵਿੱਚ ਲੋਕ ਆਪਣੇ ਨੁਮਾਇੰਦੇ ਆਪ ਚੁਣ ਸਕਣ, ਲੋਕਾਂ ਨੂੰ ਵਿਚਾਰ ਪ੍ਰਗਟਾਉਣ ਦਾ ਹੱਕ ਹੋਵੇ, ਬੋਲਣ ਦਾ ਹੋਵੇ, ਐਕਸਪ੍ਰੈਸ਼ਨ ਦਾ ਹੋਵੇ, ਸੋਚਣ ਦਾ ਹੱਕ ਹੋਵੇ, ਵੋਟ ਪਾਉਣ ਦੀ ਸੁਤੰਤਰਤਾ ਹੋਵੇ। ਵਧੀਆ ਰਾਜ ਹੋਣਾ ਚਾਹੀਦਾ ਹੈ। ਅਗਲੀ ਗੱਲ ਗਾਂਧੀ ਜੀ ਕਰਦੇ ਹਨ ਵਰਣ ਪ੍ਰਣਾਲੀ ਦੀ। ਇਹ ਬੱਚੇ ਤੁਹਾਡੇ ਲਈ ਨਵਾਂ ਪੁਆਇੰਟ ਹੈ। ਵਰਣ ਪ੍ਰਣਾਲੀ ਜਿਵੇਂ ਕਿ ਸਾਡੇ ਹਿੰਦੂ ਸਮਾਜ ਦੀ ਦੇਣ ਹੈ, ਜਿਹਦੇ ਵਿੱਚ ਪੁਰਾਣੇ ਸਮੇਂ ਵਿੱਚ ਮਨੁੱਖ ਨੂੰ 4 ਵਰਨਾਂ ਵਿੱਚ ਵੰਡਿਆ ਗਿਆ ਸੀ, ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਹਾਲਾਂਕਿ ਵਰਨ ਪ੍ਰਣਾਲੀ ਦੇ ਬਹੁਤ ਔਗਣ ਵੀ ਹਨ। ਸਾਡੇ ਭਾਰਤ ਨੇ ਇਸ ਦੇ ਲਈ ਬਹੁਤ ਵੱਡਾ ਮੁੱਲ ਚੁਕਾਇਆ ਹੈ ਅਤੇ ਅੱਜ ਵੀ ਚੁਕਾ ਰਿਹਾ ਹੈ। ਵਰਣ ਜਾਤ ਪਾਤ ਹੋਣੀ ਨਹੀਂ ਚਾਹੀਦੀ, ਪਰ ਮਹਾਤਮਾ ਗਾਂਧੀ ਜੀ ਇੱਕ ਗੱਲੋਂ ਵਰਣ ਪ੍ਰਣਾਲੀ ਦੇ ਹੱਕ ਵਿੱਚ ਸਨ, ਸਿਰਫ ਇਸ ਕਰਕੇ ਕਿ ਹਰ ਮਨੁੱਖ ਜਿਸ ਵਰਣ ਦਾ ਹੈ ਉਹ ਆਪਣੇ ਵਰਣ ਦੇ ਅਨੁਸਾਰ ਕੰਮ ਕਰੇ। ਬ੍ਰਾਹਮਣ ਦਾ ਬੱਚਾ ਬ੍ਰਾਹਮਣ ਵਾਲੇ ਕੰਮ ਕਰੇ, ਛਤਰੀ ਦਾ ਛਤਰੀ ਵਾਲੇ ਕਰੇ, ਵੈਸ਼ ਦਾ ਵੈਸ਼ ਵਾਲੇ ਕਰੇ। ਉਹਦੇ ਨਾਲ ਕੀ ਹੋਏਗਾ? ਮਹਾਤਮਾ ਗਾਂਧੀ ਜੀ ਇਹ ਸੋਚਦੇ ਹਨ ਕਿ ਇੱਕ ਤਾਂ ਸਮਾਜ ਵਿੱਚ ਸੰਤੁਲਨ ਬਣਿਆ ਰਹੇਗਾ, ਦੂਸਰਾ ਅਸੀਂ ਇਹ ਕਹਿ ਸਕਦੇ ਹਾਂ ਕਿ ਹਰ ਮਨੁੱਖ ਨੂੰ ਆਪਣੇ ਪਿਤਾ ਵਾਲਾ ਰੁਜ਼ਗਾਰ ਮਿਲ ਜਾਏਗਾ ਤੇ ਬੇਰੁਜ਼ਗਾਰੀ ਘਟੇਗੀ। ਸਿਰਫ ਇਸ ਗੱਲ ਨੂੰ ਲੈ ਕੇ ਮਹਾਤਮਾ ਗਾਂਧੀ ਜੀ ਵਰਣ ਪ੍ਰਣਾਲੀ ਦੇ ਹੱਕ ਵਿੱਚ ਸਨ। ਇਸ ਤੋਂ ਇਲਾਵਾ ਮਹਾਤਮਾ ਗਾਂਧੀ ਜੀ ਹੱਥੀਂ ਕੀਰਤ ਵਿੱਚ ਵਿਸ਼ਵਾਸ ਰੱਖਦੇ ਹਨ, ਫੇਥ ਇਨ ਮੈਨੂਅਲ ਲੇਬਰ, ਕਿ ਹਰ ਮਨੁੱਖ ਨੂੰ ਆਪਣੇ ਹੱਥ ਨਾਲ ਕੰਮ ਕਰਨਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਹੱਥੀਂ ਕੀਰਤ ਨੂੰ ਬਹੁਤ ਮਹਾਨਤਾ ਦਿੱਤੀ ਹੈ। ਗਾਂਧੀ ਜੀ ਇਹ ਮੰਨਦੇ ਹਨ ਕਿ ਜੋ ਮਨੁੱਖ ਹੱਥੀਂ ਕੀਰਤ ਨਹੀਂ ਕਰਦਾ, ਸਮਝੋ ਉਸਨੇ ਕੁਝ ਵੀ ਨਹੀਂ ਕੀਤਾ। ਉਹ ਇੱਥੋਂ ਤੱਕ ਮੰਨਦੇ ਹਨ ਕਿ ਪ੍ਰਧਾਨ ਮੰਤਰੀ ਨੂੰ, ਰਾਸ਼ਟਰਪਤੀ ਨੂੰ, ਵੱਡੇ ਤੋਂ ਵੱਡੇ ਅਫਸਰ ਨੂੰ, ਵੱਡੇ ਤੋਂ ਵੱਡੇ ਅਧਿਕਾਰੀ ਕਰਮਚਾਰੀ ਨੂੰ ਵੀ ਆਪਣੇ ਹੱਥ ਨਾਲ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਹੱਥ ਨਾਲ ਕੰਮ ਕਰੇ ਤੇ ਹੀ ਪਰਮਾਤਮਾ ਖੁਸ਼ ਹੁੰਦਾ ਹੈ। ਇਸੇ ਕਰਕੇ ਤੁਸੀਂ ਦੇਖੋ ਗਾਂਧੀ ਜੀ ਨੇ ਹਮੇਸ਼ਾ ਆਪਣੀ ਧੋਤੀ ਦੇ ਲਈ ਜੋ ਸੂਤ ਸੀ ਉਹ ਆਪਣੇ ਚਰਖਾ ਆਪ ਕੱਤ ਕੇ ਸੂਤ ਬਣਾਉਂਦੇ ਸਨ। ਸੋ ਮਹਾਤਮਾ ਗਾਂਧੀ ਇੱਥੋਂ ਤੱਕ ਕਹਿੰਦੇ ਹਨ ਕਿ ਵੋਟ ਪਾਉਣ ਦਾ ਹੱਕ ਵੀ ਉਸ ਨੂੰ ਦੇਣਾ ਚਾਹੀਦਾ ਹੈ ਜਿਹੜਾ ਮਨੁੱਖ ਆਪਣੇ ਹੱਥ ਦੇ ਨਾਲ ਕਿਰਤ ਕਰਦਾ ਹੈ, ਕੰਮ ਕਰਦਾ ਹੈ। ਇਹ ਤੁਹਾਨੂੰ 1 ਨੰਬਰ 'ਚ ਵੀ ਕੁਐਸਚਨ ਆ ਜਾਂਦਾ ਹੈ ਕਿ ਮਹਾਤਮਾ ਗਾਂਧੀ ਜੀ ਵੋਟ ਦਾ ਹੱਕ ਕਿਸ ਨੂੰ ਦੇਣਾ ਚਾਹੁੰਦੇ ਹਨ? ਉਸ ਵਿਅਕਤੀ ਨੂੰ ਜੋ ਵਿਅਕਤੀ ਆਪਣੇ ਹੱਥ ਨਾਲ ਕਿਰਤ ਕਰਦਾ ਹੋਵੇ। ਹੱਥ ਨਾਲ ਕਿਰਤ ਨੂੰ ਮਹਾਤਮਾ ਗਾਂਧੀ ਬਹੁਤ ਜ਼ਿਆਦਾ ਮਹੱਤਤਾ ਦਿੰਦੇ ਹਨ। ਉਹ ਕਹਿੰਦੇ ਮੇਰੇ ਆਦਰਸ਼ ਰਾਜ ਵਿੱਚ ਹਰ ਵਿਅਕਤੀ ਆਪਣੇ ਹੱਥ ਦੇ ਨਾਲ ਕੰਮ ਕਰੇਗਾ, ਮਿਹਨਤ ਕਰੇਗਾ। ਅਮਾਨਤਦਾਰੀ ਪ੍ਰਣਾਲੀ, ਟਰਸਟੀਸ਼ਿਪ ਸਿਸਟਮ, ਮਹਾਤਮਾ ਗਾਂਧੀ ਬਹੁਤ ਇੰਪੋਰਟੈਂਟ ਹੈ। ਤੁਸੀਂ ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਵਿਚਾਰਾਂ ਵਿੱਚ ਵੀ ਇਹਨੂੰ ਡਿਟੇਲ 'ਚ ਕਰੋਗੇ। 4 ਨੰਬਰ ਦਾ ਕੁਐਸਚਨ ਵੀ ਇਹਦੇ ਤੇ ਇਕੱਲੇ ਤੇ ਆ ਜਾਂਦਾ ਬੱਚੇ। ਅਮਾਨਤ, ਗਾਂਧੀ ਜੀ ਕਹਿੰਦੇ ਹਨ ਕਿ ਅਮੀਰਾਂ ਕੋਲ ਜੋ ਧਨ ਹੈ, ਅਮੀਰ ਇਹ ਸਮਝਣ ਕਿ ਇਹ ਸਾਡੇ ਕੋਲ ਗਰੀਬਾਂ ਦੀ ਅਮਾਨਤ ਹੈ। ਇਹ ਗਰੀਬਾਂ ਦੀ ਮਿਹਨਤ ਦਾ ਧਨ ਹੈ ਜੋ ਅਮੀਰਾਂ ਕੋਲ ਹੈ। ਅਮੀਰ ਆਪਣੇ ਆਪ ਨੂੰ ਇਸ ਧਨ ਦੇ ਮਾਲਕ ਨਾ ਸਮਝਣ, ਬਲਕਿ ਇਹ ਸੋਚਣ ਕਿ ਹੈ ਗਰੀਬਾਂ ਦੀ ਮਿਹਨਤ ਦਾ,
समाज की मेहनत का साडे कोल अमानत के तौर पर पिया है। तो जदों समाज नूं लोड़ पेगी, जदों मजदूरां नूं लोड़ पेगी, जदों कीर्तियां नूं लोड़ पेगी, जदों गरीबां नूं लोड़ पेगी, तो अमीर उस धन का त्याग करन लई तैयार होण। हालांकि महात्मा गांधी जी के इस विचार नूं अज दे कलयुग के समय विच कोई भी नहीं मन्नेगा, पर महात्मा गांधी चाहुंदे सन कि अमीर लोग समाज के धन नूं सांभ के रखण, पर उसते अपने आप नूं मालक ना समझण। बहुत उच्चे लैवल दियां, आत्मक तौर पर उच्चे लैवल दियां गल्लां महात्मा गांधी जी करते सन। महात्मा गांधी जी नूं कोई लालच नहीं सी, ना उन्हां कोल उन्हां दीयां लोड़ां वध सन, ना वो राज की शक्ति चाहुंदे सन, ना उन्हां कोल कुछ होर वो जिहा प्राप्त करना चाहुंदे सन। सिंपल सादा जीवन व्यतीत करना चाहुंदे सन। अगली गल वो कहंदे हन, मेरे आदर्श समाज विच की होएगा, धर्म निरपक्षता होएगी, सैकुलरिज्म होएगा। सारे लोग अपने अपने धर्म अपना सकते हैं, धर्म की पूजा कर सकते हैं, धर्म की राखी कर सकते हैं, धर्म लई काम कर सकते हैं, पर कोई भी किसी के धर्म की निखेधी नहीं करेगा, किसी के धर्म का अपमान नहीं करेगा। माफ करना, जो अज साडे भारत दे विच जो धर्म के आधार के उत्ते दंगे, धर्म के आधार पर कुड़त्तण, हर गल विच धर्म नूं लैके आउणा, ये महात्मा गांधी का सुपना नहीं सी। अज साडा भारत धर्म निरपक्ष हुंदे होए भी धर्म निरपक्ष नहीं है। सो ये चीज़ां जो माड़ी चीज़ां हैं, ये महात्मा गांधी जी अजिहा नहीं चाहते सन। सो चाहते सन कि मेरा समाज तो बहुत वधिया समाज होवे, धर्म निरपक्ष समाज होवे। इस तो इलावा महात्मा गांधी जी चाहते सन कि मेरे आदर्श राजदेव का प्रबंधकी ढांचा बहुत वधिया होना चाहिए है। प्रबंध किद्दां? राज एक साधन होवे, काम किहदे लई करे? लोकां दी भलाई दे लई काम करे। राज का मुख उद्देश लोकां दा कल्याण करना होवे, राज दीयां शक्तियां वंडियां होईयां होण, राज न्याय ते आधारित होना चाहिए है। मेरे राज दे विच पंचायतां होणीआं चाहीदियां हन, अदालतां नहीं होणीआं चाहीदियां। सो महात्मा गांधी ने एक जिस तरह के राज का सुपना महात्मा गांधी जी लैंदे हन, बच्चे उसनूं राम राज कहा जाता है। कहते राम भगवान के राज विच लोग बहुत खुश सन। सो उस तरीके का आदर्श राज महात्मा गांधी बनाना चाहते हैं, जो धर्म ते आधारित होवेगा, जो सच ते आधारित होवेगा, जो अहिंसा ते आधारित होवेगा। सो महात्मा गांधी जी के इस आदर्श राज के सुपने नूं असी सारे भारती, असी तुसी विद्यार्थी खास तौर पर मिल के असी सच करने की कोशिश कर सकते हाँ। उम्मीद करती हाँ तुहानूं लैक्चर जरूर पसंद आया होएगा। बच्चे अपने घरां विच रहो, अपने आप नूं सुरक्षित रखो, साफ सफाई का ध्यान रखो, तो जिस हद तक हो सके अपनी पढ़ाई नूं जारी रखो। एक बारी फिर दसना चाहांगी, यूट्यूब के उत्ते तुहाडे लई सारे लैक्चर्स पाए गए हैं। जदों तुहानूं समा मिले तुसीं उत्थों भी देख के ज्ञान की प्राप्ति कर सकते हो। किसी भी गलती लई माफ़ी चाहनी है। एक बारी फिर प्यार भरी सत श्री अकाल। थैंक यू।